हरसो हीरा छाड़ के करे आन की आस, ते नर दोजक जाएंगे सत पाखै रविदास। ਕਾਂਛੀ ਟੀਵੀ 'ਤੇ ਜੁੜ ਬੈਠੀਆਂ ਸੰਗਤਾਂ ਨੂੰ ਦਾਸ ਧਰਮਪਾਲ ਸਰਿਆਰ ਵੱਲੋਂ ਜੈ ਗੁਰਦੇਵ ਧੰਨ ਗੁਰਦੇਵ ਪ੍ਰੋਗਰਾਮ ਦੇ ਆਰੰਭ ਵਿੱਚ ਆਪ ਨੂੰ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਫਰਾਂਸ ਦੇ ਸਮੁੱਚੇ ਪ੍ਰਬੰਧਕਾਂ ਵੱਲੋਂ ਜਿੱਥੇ ਅੱਜ ਨਗਰ ਕੀਰਤਨ ਸਤਿਗੁਰਾਂ ਦੇ ਆਗਮ ਪੁਰਬ ਦੀ ਖੁਸ਼ੀ ਅੰਦਰ ਸ਼ੋਭਾ ਯਾਤਰਾ ਹਜ਼ਾਰਾਂ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਰੌਣਕਾਂ ਨੂੰ ਵਧਾਇਆ ਅਤੇ ਗੁਰਾਂ ਦੀਆਂ ਖੁਸ਼ੀਆਂ ਦੇ ਪਾਤਰ ਬਣੇ। ਕੱਲ੍ਹ ਜਾਣੀ ਸਵੇਰ ਸਤਿਗੁਰਾਂ ਦੇ ਆਗਮ ਪੁਰਬ ਮਨਾਏ ਜਾ ਰਹੇ ਹਨ, ਜਿਸ ਅੰਦਰ ਡੇਰਾ ਸੱਚਖੰਡ ਬੱਲਾ ਦੇ ਮੌਜੂਦਾ ਗੱਦੀ ਨਸ਼ੀਨ ਪਰਮ ਪੂਜਿਆ ਨਾਮ ਦੇ ਰਸੀਏ 108 ਸੰਤ ਨਿਰੰਜਨ ਦਾਸ ਜੀ ਮਹਾਰਾਜ ਪਹੁੰਚ ਰਹੇ ਹਨ ਅਤੇ ਜਿਸ ਵਿੱਚ UK ਇੰਗਲੈਂਡ ਤੋਂ 5 ਕੋਚਾਂ ਸੰਗਤਾਂ ਨੂੰ ਲੈ ਕੇ ਪਹੁੰਚੀਆਂ ਹੋਈਆਂ ਹਨ। ਆਪ ਜੀ ਨੂੰ ਵੀ ਹੱਥ ਜੋੜ ਕੇ ਪ੍ਰਬੰਧਕਾਂ ਵੱਲੋਂ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਬਿਆਨਾਂ ਅੰਦਰ ਸਤਿਗੁਰਾਂ ਦੇ ਆਗਮਨ ਪੁਰਬ ਪ੍ਰੇਮ ਅਤੇ ਸ਼ਰਧਾ ਨਾਲ ਮਨਾਏ ਜਾ ਰਹੇ ਹਨ। ਸ਼੍ਰੀ ਮਨੋਹਰ ਲਾਲ ਜੀ ਦੁੱਗਲ ਬੇਨਤੀ ਕਰਦੇ ਹਨ, ਇਸ ਸਮਾਗਮ ਅੰਦਰ ਡੇਰਾ ਸੱਚਖੰਡ ਡੇਰਾ ਸੱਚਖੰਡ ਚਿਹੜੂ ਦੇ ਮੌਜੂਦਾ ਗੱਦੀ ਨਸ਼ੀਨ 108 ਸੰਤ ਕਿਸ਼ਨ ਨਾਥ ਜੀ ਪਹੁੰਚ ਰਹੇ ਹਨ। ਆਪ ਜੀ ਨੂੰ ਵੀ ਪੁੱਜਣ ਲਈ ਪ੍ਰਜੋਰ ਬੇਨਤੀਆਂ ਕੀਤੀਆਂ ਜਾਂਦੀਆਂ ਹਨ। ਡਾਕਟਰ ਅੰਬੇਦਕਰ ਭੀਮ ਰਾਓ ਦੇ ਜਨਮ ਦਿਨ ਬੜੀ ਧੂਮਧਾਮ ਨਾਲ ਮਨਾਏ ਜਾ ਰਹੇ ਹਨ। ਸ਼੍ਰੀ ਗੁਰੂ ਰਵਿਦਾਸ ਸਭਾ ਪਚੈਂਸਾ ਇਟਲੀ ਦੇ ਸਮੁੱਚੇ ਪ੍ਰਬੰਧਕਾਂ ਵੱਲੋਂ ਪੁੱਜਣ ਲਈ ਬੇਨਤੀ ਕੀਤੀ ਜਾਂਦੀ ਹੈ। ਗੁਰੂ ਦੇ ਪਿਆਰਿਓ, ਆਪ ਨੇ ਸਵੇਰ ਦੇ ਕਾਂਛੀ ਟੀਵੀ ਤੋਂ ਮਹਾਨ ਆਤਮਾ ਰਵਿਦਾਸੀਆ ਕੌਮ ਦੇ ਨਿਰਭਉ ਨਿਰਵੈਰ ਮਹਾਨ ਸ਼ਹੀਦ 108 ਸੰਤ ਰਾਮਾਨੰਦ ਜੀ ਕਿਸ ਤਰ੍ਹਾਂ ਰਾਮ ਤੋਂ ਰਾਮਾ ਮਹਾਂਪੁਰਖਾਂ ਦੀ ਸ਼ਰਨ ਵਿੱਚ ਆ ਕੇ ਇਸ ਤੋਂ ਵੀ ਅੱਗੇ ਰਵਿਦਾਸੀਆ ਕੌਮ ਦਾ ਧਰੂਮ ਤਾਰਾ ਰਾਮਨੰਦ ਬਣੇ। ਆਪ ਨੇ ਮਹੰਤ ਕੇਸਵ ਬੰਗਾ ਜੀ ਪਾਸੋਂ ਉਹਨਾਂ ਦੇ ਜੀਵਨ ਇਤਿਹਾਸ ਦੀ ਇਹ ਮਹਾਨ ਘਟਨਾ ਨੂੰ ਸਰਵਣ ਕੀਤਾ। ਕਿਸ ਤਰ੍ਹਾਂ ਉਹਨਾਂ ਨੇ ਮਸਤਕ ਨੂੰ ਵੇਖ ਕੇ ਸ਼੍ਰੀ ਗਰੀਬ ਨਵਾਜ ਮਹਾਨ ਤਪਸਵੀ ਨਰਾਨੀ ਜੋਤ ਨਿਤ ਅਵਤਾਰ 108 ਸੰਤ ਗਰੀਬਦਾਸ ਜੀ ਮਹਾਰਾਜ ਨੇ ਉਹਨਾਂ ਦੇ ਜੀਵਨ ਯਾਤਰਾ ਦਾ ਸਫ਼ਰ ਪੂਰਾ ਕਰਨ ਦਾ ਸਮਝਾਉਣਾ ਕੀਤਾ। ਕਿਸ ਤਰ੍ਹਾਂ ਰਵਿਦਾਸੀਆ ਕੌਮ ਦਾ ਇਹ ਧਰਮ ਅੱਗੇ ਵਧਾਉਣਾ, ਹਰ ਦੇ ਨਿਸ਼ਾਨ ਹੇਠ ਸਰਬੱਤ ਨੂੰ ਇਕੱਠੇ ਹੋਣ ਦਾ ਸੱਦਾ ਦੇਣਾ ਅਤੇ ਜਗਤ ਗੁਰੂ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਮੁਖਾਰਬਿੰਦ ਉਚਾਰਨ ਕੀਤੇ ਹੋਏ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਨਾਲ ਪੜ੍ਹ ਸੁਣ ਕੇ ਲੋਕ ਪ੍ਰਲੋਕ ਸਵਾਰਨ ਦਾ ਰੱਬੀ ਸੁਨੇਹਾ ਜਗਿਆਸੂਆਂ ਨੂੰ ਸਮਝਾਉਣਾ ਅਤੇ ਕਿਸ ਤਰ੍ਹਾਂ ਅਗਿਆਨ ਵਿੱਚ ਭਟਕੇ ਗੁਰੂ ਮਾਰੀ ਫੌਜ ਨੇ ਹੱਥੋਂ ਪ੍ਰਦੇਸ਼ਾਂ ਅੰਦਰ ਸ਼ਹੀਦ ਹੋਣਾ ਅਤੇ ਸਾਰਿਆਂ ਹੀ ਗੁਰੂ ਰਵਿਦਾਸ ਲੇਵਾ ਸੰਗਤਾਂ ਨੂੰ ਬੁਲੰਦ ਆਵਾਜ਼ ਵਿੱਚ ਜੋੜਨਾ ਕੀਤਾ। ਆਪ ਜੀ ਨੇ ਮਹਾਂਪੁਰਖਾਂ ਦੀ ਮਹਾਨ ਬਖਸ਼ਿਸ਼ ਚਰਨ ਧੂੜੀ ਦਾ ਉਹ ਪ੍ਰਸੰਗ ਵੀ ਸਰਵਣ ਕੀਤਾ ਕਿ ਕਿਸ ਤਰ੍ਹਾਂ ਉਹ ਹਾਥੀ ਆਪਣੇ ਸਿਰ 'ਤੇ ਮਿੱਟੀ ਪੁੱਟ ਕੇ ਪਾਉਂਦਾ ਹੈ। ਇਸ ਦਾ ਅਸਲ ਕਾਰਨ ਕੀ ਹੈ? ਕਵੀ ਤੁਲਸੀਦਾਸ ਜੀ ਨੂੰ ਮਹਾਨ ਆਤਮਾ ਰਹੀਮ ਜੀ ਨੇ ਸਮਝਾਉਣਾ ਕੀਤਾ। ਗੁਰੂ ਦੇ ਪਿਆਰਿਓ, ਉਹ ਪਸ਼ੂ ਜੂਨੀ ਵਿੱਚ ਵੀ ਰਹਿ ਕੇ ਆਪਣੇ ਜੀਵਨ ਦੀ ਮੁਕਤੀ ਕਲਿਆਣ ਭਾਲ ਕਰਦੇ ਹਨ, ਪਰ ਮਨੁੱਖਾ ਜਨਮ ਤਾਂ ਮਿਲਿਆ ਹੀ ਰੱਬ ਤੱਕ ਪੁੱਜਣ ਲਈ ਹੈ।
ਪਰ ਅਸੀਂ ਨਹੀਂ ਸਮਝਦੇ। ਜਿਨ੍ਹਾਂ ਦੇ ਇਸ ਜੀਵਨ ਦਾ ਇਹ ਮਨੋਰਥ ਸਮਝਾਉਣਾ ਹੈ, ਅਸੀਂ ਉਹਨਾਂ ਦੇ ਹੀ ਵਿਰੋਧ ਪ੍ਰਚਾਰ ਪ੍ਰਸਾਰ ਕਰਨ ਦੇ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ। ਉਹਨਾਂ ਦੇ ਰਸਤੇ ਵਿੱਚ ਐਸੇ ਨਫ਼ਰਤ ਦੇ ਬੀਜ ਬੀਜਦੇ ਜਾ ਰਹੇ ਹਾਂ ਜੋ ਆਖਰ ਸਾਨੂੰ ਇਕੱਠੇ ਕਰਨੇ ਪੈਣੇ ਹਨ। ਮਹਾਂਪੁਰਖਾਂ ਦਾ ਮਹਾਂਪੁਰਖ ਤਾਂ ਸਮਝਾਉਣਾ ਕਰਦੇ ਹਨ ਕਿ ਬੰਦਿਆ ਵੇਖ ਤੂੰ ਕੀ ਕਰ ਰਿਹਾ ਹੈ, ਸਮਝਣਾ ਕਰ, ਨਹੀਂ ਤੇ ਯਾਦ ਰੱਖ ਜੈਸਾ ਬੀਜੇ ਸੋ ਲੂਣੇ, ਕਰਮਾ ਸੰਧੜਾ ਖੇਤ। ਬੰਦੇ ਤੇਰੀ ਮਰਜ਼ੀ ਹੈ, ਚਾਹੇ ਜੋ ਚਾਹੇ ਜਾਗ ਕੇ ਇਹ ਜੀਵਨ ਯਾਤਰਾ ਪੂਰੀ ਤਰ੍ਹਾਂ ਕਰ ਲੈ। ਪਰ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਤਾਂ ਤੈਨੂੰ ਇਹ ਪਰਜੋਰ ਸ਼ਬਦਾਂ ਵਿੱਚ ਵਾਰ-ਵਾਰ ਆਖ ਰਹੇ ਹਨ, ਕਿਆ ਤੂੰ ਸੋਇਆ ਜਾਗ ਇਆਨਾ, ਤੇਰਾ ਤੈ ਜੀਵਨ ਜਗ ਸੱਚ ਕਰ ਜਾਣਾ। ਆਓ ਜਾਗਣਾ ਕਰੀਏ, ਮਹਾਂਪੁਰਖਾਂ ਦੇ ਉਸ ਚਰਨ ਧੂੜੀ ਦੇ ਨਾਲ ਜੁੜਨਾ ਕਰੀਏ, ਜਿਸ ਚਰਨ ਧੂੜੀ ਨੇ ਰਾਮੂ ਤੋਂ ਰਾਮਾ ਹੀ ਨਹੀਂ, ਕੌਮ ਦਾ ਧਰੂਮ ਤਾਰਾ, ਨਿਰਭੈ ਨਿਰਵੈਰ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਬਣਾ ਦਿੱਤਾ। ਕਿਰਪਾ ਕਿਸ ਦੀ, ਰਹਿਮਤ ਕਿਸ ਦੀ ਅਤੇ ਬਖਸ਼ਿਸ਼ ਕਿਸ ਦੀ? ਉਹਨਾਂ ਮਹਾਂਪੁਰਖਾਂ ਦੀ ਜਿਹੜੇ ਜਨਮ ਮਰਨ ਦੇਹੋ ਮੈਂ ਨਾਹੀ, ਜਨ ਪਰਉਪਕਾਰੀ ਆਏ। ਆਓ ਅਸੀਂ ਵੀ ਨਫ਼ਰਤ ਨੂੰ, ਬੈਰ ਵਿਰੋਧ ਨੂੰ, ਈਰਖਾ ਨੂੰ, ਨੀਂਦ ਨੂੰ ਤਿਆਗ ਕੇ ਜਾਗਣਾ ਕਰੀਏ। ਅਗਲੇ ਵਿਚਾਰ ਅਮਰ ਸ਼ਹੀਦ ਕੌਮ ਦੇ ਮਹਾਨ ਸੰਤ ਰਾਮਾਨੰਦ ਜੀ ਦਾ ਜੀਵਨ ਇਤਿਹਾਸ ਮਹੰਤ ਕੇਸਵ ਬੰਗਾ ਜੀ ਪਾਸੋਂ ਸਰਵਣ ਕਰੋ ਜੀ। ਜੈ ਗੁਰਦੇਵ, ਧੰਨ ਗੁਰਦੇਵ। ਦੇ ਆਪਣੇ ਇਸ਼ਟ ਕੀ ਮਨ ਮੈਂ ਧਰੀਐ ਆਸ, ਔਰ ਦੇਵ ਨਾ ਪੂਜੀਏ, ਪੂਜੋ ਗੁਰੂ ਰਵਿਦਾਸ, ਔਰ ਦੇਵ ਨਾ ਪੂਜੀਏ, ਪੂਜੋ ਗੁਰੂ ਰਵਿਦਾਸ। ਕਾਂਸ਼ੀ ਟੀਵੀ ਤੇ ਸਤਿਗੁਰਾਂ ਦੀਆਂ ਪਿਆਰੀਆਂ ਲਾਡਲੀਆਂ ਸੰਗਤਾਂ ਨੂੰ ਜੈ ਗੁਰਦੇਵ, ਧੰਨ ਗੁਰਦੇਵ। ਧੰਨਤਾ ਦੇ ਯੋਗ, ਵਡਿਆਈ ਦੇ ਪਾਤਰ ਬਣਦੇ ਹੋ, ਜਿਨ੍ਹਾਂ ਨੂੰ ਇਹ ਜੀਵਨ ਦਾ ਉਹ ਲਕਸ਼, ਜੀਵਨ ਦਾ ਉਹ ਮਨੋਰਥ, ਜਿਸ ਏਮ ਦੇ ਵਾਸਤੇ ਇਹ ਮਨਮ ਅਸਾਂ ਨੂੰ ਪ੍ਰਾਪਤ ਹੋਇਆ ਹੈ, ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਹੇ ਇਨਸਾਨ, ਇਹ ਮਨੁੱਖਾ ਜਨਮ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਇਹ ਸਮਾਂ, ਇਹ ਮੌਕਾ, ਇਹ ਵੇਲਾ ਪਿਆਰਿਓ, ਇਹ ਜੀਵਨ ਅਸਾਂ ਨੂੰ ਪਰਮਾਤਮਾ ਦੇ ਨਾਲ ਮਿਲਣ ਦੇ ਲਈ ਪ੍ਰਾਪਤ ਹੋਇਆ ਹੈ, ਤੇ ਅਸੀਂ ਵਿਚਾਰ ਨਹੀਂ ਕਰਦੇ। ਦਿਨ ਚੜ੍ਹਦਾ ਹੈ, ਖਾ ਪੀ ਕਰਕੇ
ਆਪਣੇ ਜੀਵਨ ਨੂੰ ਇੱਧਰ ਉੱਧਰ ਦੇ ਵਿਚਾਰਾਂ ਦੇ ਨਾਲ ਜੋੜ ਕਰਕੇ ਹੀ ਗੁਜ਼ਾਰ ਛੱਡਦਿਆਂ ਰਾਤ ਆਉਂਦੀ ਹੈ। ਤੇ ਜੀਵਨ ਪਿਆਰਿਓ ਅਸੀਂ ਸੌਂ ਕੇ ਗੁਜ਼ਾਰ ਦਿੰਦੇ ਹਾਂ ਤੇ ਮਹਾਂਪੁਰਖ ਸਮਝਾਵਨਾ ਕਰਦੇ ਨੇ ਐ ਬੰਦੇ। ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ। ਵਿਚਾਰ ਕਰੀਏ। ਜਗਤ ਗੁਰੂ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਅਸਾਂ ਨੂੰ ਸਮਝਾਵਨਾ ਕਰਦੇ ਨੇ ਪਿਆਰਿਓ, ਸਮਝਾਵਨਾ ਕਰਦੇ ਨੇ। ਬਾਣੀ ਨੂੰ ਅਸਾਂ ਨੇ ਪ੍ਰੇਮ ਦੇ ਨਾਲ ਸੁਣਿਆ ਹੈ, ਪੜ੍ਹਨਾ ਵੀ ਕੀਤਾ ਹੈ, ਪਰ ਮੁਆਫ ਕਰਨਾ ਮਨ ਕਰਕੇ ਅਸੀਂ ਬਾਣੀ ਨੂੰ ਸੁਣਿਆ ਨਹੀਂ, ਮਨ ਕਰਕੇ ਅਸੀਂ ਬਾਣੀ ਨੂੰ ਪੜ੍ਹਿਆ ਨਹੀਂ। ਜੇ ਅਸੀਂ ਮਨ ਕਰਕੇ ਬਾਣੀ ਨੂੰ ਪੜ੍ਹਨਾ ਕਰਦੇ, ਜੇ ਅਸੀਂ ਮਨ ਕਰਕੇ ਬਾਣੀ ਦੇ ਨਾਲ ਜੁੜਨਾ ਕਰਦੇ ਤੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਇਸ ਅੰਮ੍ਰਿਤ ਬਾਣੀ ਦੇ ਅੰਦਰ, ਇਸ ਸੱਚੀ ਬਾਣੀ ਦੇ ਅੰਦਰ, ਇਸ ਧੁਰ ਦੀ ਬਾਣੀ ਦੇ ਅੰਦਰ, ਇਸ ਪਿਆਰਿਓ ਅੱਲਾ ਦੀ ਬਾਣੀ ਦੇ ਅੰਦਰ ਐਸੀਆਂ ਰਹਿਮਤਾਂ ਨੇ, ਐਸੀਆਂ ਰਹਿਮਤਾਂ ਨੇ, ਐਸੀਆਂ ਸ਼ਕਤੀਆਂ ਨੇ, ਐਸੀਆਂ ਬਖਸ਼ਿਸ਼ਾਂ ਨੇ, ਅਸੀਂ ਵਿਚਾਰ ਨਹੀਂ ਕਰਦੇ ਕਿੰਤੂ ਪਰੰਤੂ ਤੇ ਅਸੀਂ ਕਰ ਦਿੰਦੇ ਹਾਂ ਪਿਆਰਿਓ। ਪ੍ਰਸ਼ਨ ਤੇ ਅਸੀਂ ਅਨੇਕਾਂ ਕਰ ਦਿੰਦੇ ਹਾਂ, ਪਰ ਪਾਤਸ਼ਾਹ ਨੇ ਸਮਝਾਵਨਾ ਕੀਤਾ ਐ ਬੰਦੇ, ਐ ਜਗਿਆਸੂ, ਇਹ ਜਿਹੜੀ ਅੰਮ੍ਰਿਤ ਬਾਣੀ ਹੈ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਇਹ ਹਰੀ ਰੂਪ, ਇਹ ਪਰਮੇਸ਼ਰ ਰੂਪ, ਇਹ ਪ੍ਰਭੂ ਰੂਪ, ਇਹ ਅੱਲਾ ਰੂਪ, ਉਸ ਅਕਾਲ ਪੁਰਖ ਦੀ ਆਪਣੀ ਬਾਣੀ, ਆਪਣੇ ਵਿਚਾਰ, ਇਹ ਆਪਣੇ ਬਚਨ ਨੇ। ਤੇ ਇਹਨਾਂ ਬਚਨਾਂ ਦੇ ਨਾਲ ਜੁੜਨਾ ਕਰ, ਪ੍ਰਾਪਤੀ ਕੀ ਹੋਵੇਗੀ ਪਿਆਰਿਓ। ਪਾਤਸ਼ਾਹ ਸਮਝਾਣਾ ਕਰਦੇ ਨੇ ਪਰ ਅਸੀਂ ਸੁਣਨਾ ਨਹੀਂ ਕਰਦੇ। ਅਸੀਂ ਪਿਆਰਿਓ ਆਪਣੇ ਕੰਨਾਂ ਨੂੰ ਕੰਨ ਰਸੀਏ ਬਣਾ ਕਰਕੇ ਤੇ ਜੋੜਨਾ ਕੀਤਾ ਹੋਇਆ ਹੈ, ਪਰ ਪਾਤਸ਼ਾਹ ਨੇ ਸਮਝਾਵਨਾ ਕੀਤਾ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਇਹ ਪਰਮ ਗਤੀ ਜਿਹੜੀ ਅਸੀਂ ਭਾਲਦੇ ਹਾਂ, ਅਮਰ ਪਦਵੀ ਦੀ ਭਾਲ ਕਰਦੇ ਹਾਂ, ਮੁਕਤੀ ਦੀ ਭਾਲ ਕਰਦੇ ਹਾਂ। ਇਹ ਪਿਆਰਿਓ ਅੰਮ੍ਰਿਤ ਬਾਣੀ ਦੇ ਅੰਦਰ ਰਹਿਮਤਾਂ ਨੇ, ਬਖਸ਼ਿਸ਼ਾਂ ਨੇ ਤੇ ਪਾਤਸ਼ਾਹ ਜਗਤ ਗੁਰੂ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਸਮਝਾਵਨਾ ਕਰ ਰਹੇ ਨੇ। ਕਿਆ ਤੂੰ ਸੋਇਆ ਜਾਗ ਇਆਨਾ, ਇਹ ਬੰਦੇ ਜਾਗਣਾ ਕਰ ਬੱਚਿਆਂ ਦੀ ਤਰ੍ਹਾਂ, ਕਿ ਸਾਰੀ ਉਮਰ ਸੌਂ ਕੇ ਗੁਜ਼ਾਰ ਦੇਵੇਂਗਾ, ਵਿਸ਼ੇ ਵਕਾਰਾਂ ਦੇ ਵਿੱਚ ਗੁਜ਼ਾਰ ਦੇਵੇਂਗਾ, ਮਲ ਕਰਮਾਂ ਦੇ ਵਿੱਚ ਇਸ ਆਪਣੇ ਜੀਵਨ ਨੂੰ ਗੁਜ਼ਾਰ ਦੇਵੇਂਗਾ, ਸ਼ਰਾਬਾਂ ਕਬਾਬਾਂ ਦੇ ਵਿੱਚ ਹੀ ਬੰਦੇ ਕੀ ਜੀਵਨ ਨੂੰ ਗੁਜ਼ਾਰ ਦੇਵੇਂਗਾ, ਈਰਖਾ ਨਿੰਦਿਆ ਚੁਗਲੀ ਦੇ ਵਿੱਚ ਰਹਿ ਕਰਕੇ ਹੀ ਕੀ ਆਪਣੇ ਜੀਵਨ ਨੂੰ ਗੁਜ਼ਾਰ ਦੇਵੇਂਗਾ। ਐਸਾ ਨਾ ਕਰ, ਇਹ ਤੇਰੇ ਜੀਵਨ ਦਾ ਲਕਸ਼ ਨਹੀਂ। ਇਹ ਮਨੁੱਖਾ ਜਨਮ ਤੈਨੂੰ ਐਵੇਂ ਨਹੀਂ ਮਿਲਿਆ। ਤੇ ਪਾਤਸ਼ਾਹ ਤੇ ਸਮਝਾਵਨਾ ਕਰਦੇ ਨੇ ਪਰ ਪਿਆਰਿਓ ਅਸੀਂ ਜਾਗਣਾ ਨਹੀਂ ਕਰਦੇ। ਇਹ ਜੀਵਨ ਐਵੇਂ ਨਹੀਂ ਮਿਲਿਆ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਹ ਮਾਨਸ ਦੇਹ, ਇਹ ਮਨੁੱਖਾ ਜੀਵਨ
ਜਿਸ ਜੀਵਨ ਦੀ ਮਹਿਮਾ, ਜਿਸ ਜੀਵਨ ਦੀ ਵਡਿਆਈ ਸਤਿਗੁਰੂ ਗੁਰੂ ਕਬੀਰ ਮਹਾਰਾਜ ਜੀ ਕਰ ਰਹੇ ਨੇ, ਸਮਝਾਵਨਾ ਕਰ ਰਹੇ ਨੇ ਕਿ ਇਹ ਇਨਸਾਨ, ਇਹ ਜੀਵਨ ਬੜਾ ਹੀ ਕੀਮਤੀ, ਬੜਾ ਹੀ ਦੁਰਲਭ, ਬੜਾ ਹੀ ਅਨਮੋਲ ਹੈ। ਇਹ ਜੀਵਨ ਤੈਨੂੰ ਵਾਰ-ਵਾਰ ਨਹੀਂ ਮਿਲਣਾ। ਐਸੀ ਮਨ ਦੇ ਵਿੱਚ ਤੂੰ ਸੋਚ ਨਾ ਰੱਖੀ ਇਹ ਮਨੁੱਖਾ ਜਨਮ ਬੜਾ ਹੀ ਐਸਾ ਵਡਭਾਗਾ ਹੈ। ਕਬੀਰ ਮਾਨਸ ਜਨਮ ਦੁਲੰਭ ਹੈ, ਵਿਚਾਰ ਨਹੀਂ ਕਰਦੇ। ਹੁਣ ਪਾਤਸ਼ਾਹ ਤੇ ਸਮਝਾਵਨਾ ਕਰਦੇ ਨੇ ਪਿਆਰਿਓ, ਅੱਜ ਮਹਾਂਪੁਰਖਾਂ ਦੀ ਸ਼ਰਨ ਦੇ ਵਿੱਚ, ਐਸੇ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਜਿਸ ਤਰ੍ਹਾਂ ਜਗਤ ਗੁਰੂ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਉਸ ਪਰਿਪੂਰਨ ਪਰਮਾਤਮਾ ਦੀ ਸ਼ਰਨ ਦੇ ਵਿੱਚ ਨੇ, ਬੇਨਤੀ ਕਰਦੇ ਨੇ, ਇਨਸਾਨ ਨੂੰ ਸਮਝਾਵਨਾ ਕਰਦੇ ਨੇ ਕਿ ਅਰਦਾਸ ਬੇਨਤੀ ਜੋਦੜੀ ਕਿਸ ਤਰ੍ਹਾਂ ਕਰਨੀ ਹੈ, ਕਿਸ ਤਰ੍ਹਾਂ ਪਰਮਾਤਮਾ ਦੇ ਅੱਗੇ ਤਰਲਾ ਕਰਨਾ ਹੈ। ਦੁਖੀਆ ਦਰਦ ਵੰਦ ਦਰ ਆਇਆ, ਐ ਅਕਾਲ ਪੁਰਖ, ਐ ਵਾਹਿਗੁਰੂ, ਮੈਂ ਦੁਖੀ ਹਾਂ ਤੇ ਮੈਂ ਤੇਰੇ ਦਰ ਤੇ ਆਇਆ ਹਾਂ। ਮੈਂ ਦੁੱਖਾਂ ਦੀਆਂ ਤੇਰੇ ਦਰ ਤੇ ਐਸੀਆਂ ਫਰਿਆਦਾਂ ਲੈ ਕੇ ਆਇਆ ਹਾਂ, ਜਿਸ ਤਰ੍ਹਾਂ ਪਿਆਰਿਓ ਅੱਜ ਮਹਾਨ ਆਤਮਾ, ਇਹ ਮਹਾਨ ਜੋਤੀ, ਇਹ ਮਹਾਨ ਤਪਸਵੀ ਡੇਰਾ ਸੱਚਖੰਡ ਬੱਲਾ, ਮਹਾਨ ਐਸੀ ਆਤਮਾ ਪਰਮ ਪੂਜਿਆ 108 ਸੰਤ ਮਹਾਰਾਜ ਨਿਤ ਅਵਤਾਰ ਸੁਆਮੀ ਪਿੱਪਲ ਦਾਸ ਜੀ ਦੀ ਇਹ ਜੋਤ, ਇਹ ਆਤਮਾ ਅੱਜ ਗਰੀਬ ਨਵਾਜ ਦੇ ਰੂਪ ਦੇ ਵਿੱਚ, ਐਸੀ ਆਤਮਾ ਇਹ ਨਿਰਭਉ ਨਿਰਵੈਰ ਹੋ ਕਰਕੇ ਸਰਬੱਤ ਦੇ ਭਲੇ ਦੇ ਵਾਸਤੇ ਸਤਿਗੁਰ ਸੁਆਮੀ ਗਰੀਬ ਦਾਸ ਜੀ ਦੇ ਰੂਪ ਦੇ ਵਿੱਚ ਪ੍ਰਗਟ ਹੈ। ਤੇ ਪਿਆਰਿਓ, ਐਸਾ ਇਹ ਜੋ ਸਤਿਗੁਰਾਂ ਦਾ ਦਰਬਾਰ ਹੈ, ਐਸਾ ਇਹ ਡੇਰਾ ਸ੍ਰੀ ਸੱਚਖੰਡ ਬੱਲਾ, ਇਸ ਦੀ ਮਹਿਮਾ ਨੂੰ ਸੁਣ ਕਰਕੇ ਕੌਮ ਦਾ ਇਹ ਮਹਾਨ ਯੋਧਾ, ਅਜੇ ਤੇ ਮਾਤਾ ਪਿਤਾ ਇਸ ਨੂੰ ਰਾਮੂ ਆਖਦੇ ਨੇ, ਤੇ ਮਹਾਂਪੁਰਖਾਂ ਦੇ ਨਾਲ ਜਦੋਂ ਇਸਨੇ ਆਪਣੀ ਇਹ ਮਨ ਦੀ ਵਿਥਿਆ ਮਨ ਕਰਕੇ ਹੀ, ਰਸਨਾ ਕਰਕੇ ਹੀ ਨਹੀਂ, ਮਨ ਕਰਕੇ ਹੀ ਐਸੇ ਹੱਥ ਜੋੜੇ ਨੇ, ਬੇਨਤੀ ਕੀਤੀ ਹੈ, ਮਨ ਵੇਚੈ ਸਤਿਗੁਰ ਕੈ ਪਾਸ, ਆਪਣੇ ਮਨ ਨੂੰ, ਸਰੀਰ ਨੂੰ ਸਤਿਗੁਰਾਂ ਨੂੰ ਅਰਪਣ ਕਰ ਦਿੱਤਾ ਹੈ। ਤੇ ਪਿਆਰਿਓ, ਹੁਣ ਜਗਤ ਗੁਰੂ ਸਤਿਗੁਰੂ ਮਹਾਰਾਜ ਸਮਝਾਵਨਾ ਕਰਦੇ ਨੇ, ਦੁਖੀਆ ਦਰਦ ਬੰਦ ਦਰਿਆਇਆ, ਬਹੁਤ ਪਿਆਸ ਜਵਾਬ ਨਾ ਪਾਇਆ। ਐ ਅਕਾਲ ਪੁਰਖ, ਮੇਰੇ ਮਨ ਦੇ ਵਿੱਚ ਇੱਕ ਐਸੀ ਪਿਆਸ ਹੈ, ਐਸੀ ਇੱਕ ਮੇਰੇ ਮਨ ਦੇ ਅੰਦਰ ਇਹ ਤੀਬਰ ਭੁੱਖ ਲੱਗੀ ਹੋਈ ਹੈ, ਜਿਸ ਦਾ ਇਲਾਜ ਸਿਰਫ ਤੇ ਸਿਰਫ ਤੇਰੇ ਕੋਲ ਹੈ। ਤੇ ਹੁਣ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਇਹ ਪਰਮਾਤਮਾ ਦੇ ਨਾਲ ਵਿਚਾਰ ਕਰ ਰਹੇ ਨੇ। ਕਹਿ ਰਵਿਦਾਸ ਸਰਨ ਪ੍ਰਭ ਤੇਰੀ, ਜਿਉਂ ਜਾਨੋ ਤਿਉਂ ਕਰ ਗਤ ਮੇਰੀ। ਜਿਸ ਤਰ੍ਹਾਂ ਵੀ ਪਰਮਾਤਮਾ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਮੇਰੇ ਤੇ ਰਹਿਮਤ ਕਰ, ਮੇਰੇ ਤੇ ਬਖਸ਼ਿਸ਼ ਕਰ। ਤੇ ਪਿਆਰਿਓ, ਅੱਜ ਇਸੇ ਹੀ ਨਿਸ਼ਾਨੇ ਨੂੰ ਲੈ ਕਰਕੇ ਮਹਾਨ ਆਤਮਾ ਨਿਰਭਉ ਇਹ ਨਿਰਵੈਰ ਅਮਰ ਸ਼ਹੀਦ
ਜਿਨ੍ਹਾਂ ਨੂੰ ਪਿਆਰਿਓ ਅੱਜ ਅਸੀਂ ਕੌਮ ਦਾ ਧਰੂ ਤਾਰਾ ਆਖ ਸਕਦੇ ਹਾਂ, ਅਮਰ ਸ਼ਹੀਦ ਸੰਤ ਰਾਮਾਨੰਦ ਜੀ ਮਹਾਂਪੁਰਖਾਂ ਦੇ ਸਨਮੁਖ ਖੜੋਤੇ ਨੇ, ਹੱਥ ਜੁੜੇ ਹੋਏ ਨੇ, ਮਨ ਹੀ ਮਨ ਅਰਦਾਸ ਕਰ ਰਹੇ ਨੇ, ਪੁੱਛਣਾ ਕਰ ਰਹੇ ਨੇ ਕਿ ਐ ਪਾਤਸ਼ਾਹ ਮੇਰੇ ਤੇ ਕਿਰਪਾ ਕਰਦੇ, ਇਹ ਜੀਵਨ ਮੈਨੂੰ ਕਿਸ ਕਰਕੇ ਮਿਲਿਆ ਹੈ, ਮੈਨੂੰ ਸਮਝ ਨਹੀਂ ਆ ਰਹੀ। ਮੇਰੇ ਜੀਵਨ ਦਾ ਅਸਲ ਮਨੋਰਥ ਕੀ ਹੈ? ਸਤਿਗੁਰੂ ਮੇਰੇ ਤੇ ਕਿਰਪਾ ਕਰਦੇ, ਗਰੀਬ ਨਵਾਜ ਮੇਰੇ ਤੇ ਇਹ ਰਹਿਮਤ ਕਰ। ਤੇ ਪਿਆਰਿਓ ਸਤਿਗੁਰਾਂ ਨੇ ਕਿਰਪਾ ਕੀਤੀ, ਸਤਿਗੁਰਾਂ ਨੇ ਐਸੀ ਰਹਿਮਤ ਕੀਤੀ ਹੈ, ਮੁਆਫ ਕਰਨਾ। ਅਸੀਂ ਵੀ ਮਹਾਂਪੁਰਖਾਂ ਦੇ ਕੋਲ ਜਾਂਦੇ ਹਾਂ, ਜਾ ਕਰਕੇ ਦੁਨਿਆਵੀ ਪਦਾਰਥਾਂ ਦੀ ਮੰਗ ਕਰਦਿਆਂ ਹੀ ਰਹਿ ਜਾਂਦੇ ਹਾਂ, ਕਿੰਤੂ ਪਰੰਤੂ ਦੀ ਦੁਨੀਆ ਦੇ ਵਿੱਚ ਰਹਿ ਜਾਂਦੇ ਹਾਂ, ਪਰ ਵਿਚਾਰ ਨਹੀਂ ਕਰਦੇ ਕਿ ਇਹ ਜਿਹੜੀ ਜੀਵਨ ਯਾਤਰਾ ਹੈ, ਇਹ ਜਿਹੜਾ ਮਨੁੱਖਾ ਜਨਮ ਹੈ, ਇਸ ਦਾ ਅਸਲ ਏਮ, ਅਸਲ ਜੋ ਨਿਸ਼ਾਨਾ ਹੈ, ਇਹ ਮਨੁੱਖਾ ਜਨਮ ਕਿਸ ਕਰਕੇ ਮਿਲਿਆ ਹੈ? ਜਿਨ੍ਹਾਂ ਮਹਾਂਪੁਰਖਾਂ ਨੇ ਸਾਨੂੰ ਸਮਝਾਵਣਾ ਕਰਨਾ ਹੈ, ਜਿਨ੍ਹਾਂ ਸਤਿਗੁਰਾਂ ਨੇ ਸਾਡੇ ਤੇ ਕਿਰਪਾ ਕਰਨੀ ਹੈ। ਐਵੇਂ ਹੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਵਚਨ ਨਹੀਂ ਕੀਤੇ ਸਨ ਕਿ ਦੁਨੀਆ ਵਾਲਿਓ ਮਤ ਕੋ ਭਰਮ ਭੂਲੇ ਸੰਸਾਰ, ਗੁਰ ਬਿਨ ਕੋਏ ਨਾ ਉਤਰਸ ਪਾਰ। ਗੁਰੂ ਤੋਂ ਬਗੈਰ ਇਹ ਇਨਸਾਨ ਤੇਰਾ ਪਾਰ ਉਤਾਰਾ ਨਹੀਂ ਹੋ ਸਕਦਾ, ਤੇਰੀ ਕਲਿਆਣ ਨਹੀਂ ਹੋ ਸਕਦੀ। ਤੇ ਪਾਤਸ਼ਾਹ ਨੇ ਬਚਨ ਕੀਤੇ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰਖਿਓਨ, ਕਰ ਪ੍ਰਗਟ ਆਖ ਸੁਨਾਇਆ। ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਪਣੇ ਬਚਨ, ਆਪਣੇ ਵਿਚਾਰ, ਉਹਨਾਂ ਦੇ ਆਪਣੇ ਬੋਲ ਨੇ। ਪਰ ਪਿਆਰਿਓ ਨਾ ਅਸੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਮਝਣਾ ਕੀਤਾ, ਨਾ ਹੋਰ ਗੁਰੂਆਂ ਪੀਰਾਂ ਅਵਤਾਰਾਂ ਮਹਾਂਪੁਰਖਾਂ ਨੂੰ ਸਮਝਣਾ ਕੀਤਾ। ਐਸੇ ਵਿਚਾਰਾਂ ਦੇ ਨਾਲ ਅਸੀਂ ਜੁੜੇ ਹੋਏ ਹਾਂ, ਭੁੱਲੇ ਹੋਏ ਹਾਂ, ਭਟਕੇ ਹੋਏ ਹਾਂ। ਤੇ ਪਿਆਰਿਓ ਜਿਨ੍ਹਾਂ ਮਹਾਂਪੁਰਖਾਂ ਨੇ ਕਿਰਪਾ ਕਰਨੀ ਹੈ, ਦੁਨੀਆ ਨੂੰ ਐਸਾ ਉਪਦੇਸ਼, ਸਰਬੱਤ ਦੇ ਭਲੇ ਦਾ ਉਪਦੇਸ਼, ਪਰਮੇਸ਼ਰ ਦੇ ਨਾਮ ਦਾ ਉਪਦੇਸ਼, ਪਰਮੇਸ਼ਰ ਦੇ ਨਾਮ ਦੀ ਸਿੱਖਿਆ, ਪਰਮੇਸ਼ਰ ਤੱਕ ਪਹੁੰਚਣ ਦੀ ਸਿੱਖਿਆ ਜਿਨ੍ਹਾਂ ਮਹਾਂਪੁਰਖਾਂ ਨੇ ਦੇਣੀ ਹੈ, ਅਸੀਂ ਕਿੰਤੂ ਪਰੰਤੂ ਵਿਧੀ ਵਿਧਾਨ ਕਰਮ ਕਾਂਡ ਬਣਾ ਕਰਕੇ ਪਿਆਰਿਓ ਐਸੇ ਭਟਕੇ ਹੋਏ ਹਾਂ, ਐਸੇ ਭਟਕੇ ਹੋਏ ਹਾਂ ਕਿ ਅਸੀਂ ਸਮਝਣਾ ਨਹੀਂ ਕਰਦੇ ਕਾਰਨ ਕੀ ਹੈ। ਅਸੀਂ ਸੁੱਤੇ ਪਏ ਹਾਂ, ਜਾਗਣ ਦੀ ਕੋਸ਼ਿਸ਼ ਕਰੀਏ। ਜੋ ਪਾਤਸ਼ਾਹ ਬਚਨ ਕਰ, ਕਿਆ ਤੂੰ ਸੋਇਆ ਜਾਗ ਇਆਨਾ, ਜਗਤ ਗੁਰੂ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦੇ ਇਹ ਪਾਵਨ ਬਚਨ, ਇਹ ਪਾਵਨ ਬੋਲ ਕੌਮ ਦੇ ਮਹਾਨ ਯੋਧੇ, ਮਹਾਨ ਆਤਮਾ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਨੇ ਅਨੇਕਾਂ ਵਾਰ ਪੜ੍ਹੇ ਨੇ, ਅਨੇਕਾਂ ਵਾਰ ਸੁਣੇ ਨੇ। ਤੇ ਪਿਆਰਿਓ ਤਨ ਕਰਕੇ ਜਾਗਣਾ ਨਹੀਂ ਕੀਤਾ, ਮਨ ਕਰਕੇ ਜਾਗਣਾ ਕੀਤਾ ਹੈ। ਤੇ ਅੱਜ ਗਰੀਬ ਨਵਾਜ ਦੀ ਸ਼ਰਨ ਦੇ ਵਿੱਚ, ਉਹਨਾਂ ਮਹਾਂਪੁਰਖਾਂ ਦੀ ਸ਼ਰਨ ਦੇ ਵਿੱਚ ਖੜੋਤੇ ਨੇ, ਜਿਨ੍ਹਾਂ ਨੇ ਮੱਥੇ ਦੀਆਂ ਇਹ ਰਖਾਵਾਂ ਪੜ੍ਹ ਕਰਕੇ ਹੀ, ਮੱਥੇ ਦੀਆਂ ਇਹ ਲਕੀਰਾਂ ਪੜ੍ਹ ਕਰਕੇ ਹੀ ਸਮਝਾਵਣਾ ਕੀਤਾ ਕਿ ਤੂੰ ਰਾਮੂ ਨਹੀਂ, ਤੂੰ ਤੇ ਸਾਡਾ ਰਾਮਾ ਹੈ।
ਹੁਣ ਪਿਆਰਿਓ ਐਸੇ ਵਿਚਾਰਾਂ ਦੇ ਨਾਲ ਜੁੜੇ ਨੇ, ਐਸਾ ਪ੍ਰੇਮ ਕੀਤਾ, ਐਸਾ ਪ੍ਰੇਮ ਕੀਤਾ। ਤੇ ਇਹ ਜਿਹੜੇ ਰਾਮੂ ਤੋਂ ਰਾਮਾ ਬਣ ਕੇ ਅੱਜ ਗਰੀਬ ਨਵਾਜ ਦੀ ਸ਼ਰਨ ਦੇ ਵਿੱਚ ਨੇ, ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕੀਤੀ, ਸਮਝਾਵਣਾ ਕੀਤਾ। ਰਾਮਾ, ਤੈਨੂੰ ਉਸ ਪਰਮੇਸ਼ਰ ਨੇ ਬਹੁਤ ਵੱਡੇ ਕਾਰਜਾਂ ਦੇ ਵਾਸਤੇ, ਬਹੁਤ ਵੱਡੇ ਕੰਮਾਂ ਦੇ ਵਾਸਤੇ ਭੇਜਣਾ ਕੀਤਾ ਹੈ। ਐਸੇ ਕੰਮ ਤੇ ਅੱਜ ਤੱਕ ਸਾਡੇ ਡੇਰੇ ਦੇ ਹਿੱਸੇ ਨਹੀਂ ਆਏ, ਕਿਸੇ ਮਹਾਂਪੁਰਖ ਦੇ ਹਿੱਸੇ ਨਹੀਂ ਆਏ। ਰਾਮਾ, ਤੇਰੇ ਹਿੱਸੇ ਦੁਨੀਆ ਦਾ ਉਹ ਇਤਿਹਾਸ ਆਇਆ ਹੈ, ਇੱਕ ਉਹ ਹਿੱਸਾ ਆਇਆ ਹੈ ਜਿਸ ਦੇ ਨਾਲ ਤੈਨੂੰ ਜੁੜਨਾ ਪਵੇਗਾ, ਜੁੜਨਾ ਪਵੇਗਾ। ਕਿਉਂਕਿ ਬਾਬਾ ਫਰੀਦ ਜੀ ਸਮਝਾਵਣਾ ਕਰਦੇ ਨੇ, ਅੱਗੋਂ ਨੇੜਾ ਆਇਆ, ਪਿੱਛਾ ਰਹਿਆ ਦੂਰ ਐ ਰਾਮਾ। ਹੁਣ ਤੂੰ ਬੱਚਾ ਨਹੀਂ ਰਿਹਾ, ਹੁਣ ਤੇ ਤੂੰ ਜਵਾਨ ਹੈ। ਅਨੇਕਾਂ ਸਮੇਂ ਤੂੰ ਸਾਡੇ ਕੋਲ ਆਉਂਦਾ ਹੈ, ਅਨੇਕਾਂ ਸਾਲ ਤੈਨੂੰ ਇਸ ਡੇਰੇ ਦੇ ਅੰਦਰ ਰਹਿੰਦਿਆਂ ਹੋ ਗਏ ਨੇ, ਸੇਵਾ ਕਰਦਿਆਂ ਹੋ ਗਏ ਨੇ। ਅੱਜ ਤੂੰ ਜਾਗਿਆ ਹੈ, ਤੈਨੂੰ ਸਮਝਾਵਣਾ ਕਰਦੇ ਹਾਂ ਕਿ ਉਸ ਅੱਲਾ ਨੇ, ਉਸ ਵਾਹਿਗੁਰੂ ਨੇ, ਉਸ ਪਰਮਾਤਮਾ ਨੇ ਪਹਿਲਾ ਜਿਹੜਾ ਤੈਨੂੰ ਸਮਝਾਵਣਾ ਕੀਤਾ ਹੈ, ਪਹਿਲਾ ਜਿਹੜਾ ਕਾਰਜ ਹੈ। ਹੁਣ ਪਿਆਰਿਓ, ਕਿਸੇ ਦੇ ਹਿੱਸੇ ਕੋਈ ਕੰਮ, ਕਿਸੇ ਦੇ ਹਿੱਸੇ ਕੋਈ ਕੰਮ, ਪਰ ਇਸ ਧਰੂ ਤਾਰੇ ਦੇ ਹਿੱਸੇ ਪਿਆਰਿਓ ਐਸੇ ਕੰਮ ਆਏ ਨੇ, ਐਸੇ ਕੰਮ ਆਏ ਨੇ ਕਿ ਇੱਕ ਐਸੇ ਧਰਮ ਦੀ ਸਥਾਪਨਾ ਕਰਨੀ ਹੈ ਜੋ ਸਰਬੱਤ ਦੇ ਭਲੇ ਦਾ ਧਰਮ ਹੋਵੇ। ਧਰਮ ਤੇ ਅਨੇਕਾਂ ਨੇ, ਗ੍ਰੰਥ ਤੇ ਅਨੇਕਾਂ ਨੇ, ਪਰ ਪਿਆਰਿਓ ਅਸੀਂ ਮੁਆਫ ਕਰਨਾ ਸੁੱਤੇ ਹਾਂ ਅਗਿਆਨ ਦੇ ਵਿੱਚ, ਭਰਮ ਦੀ ਦੁਨੀਆ ਦੇ ਵਿੱਚ। ਤੇ ਮਹਾਂਪੁਰਖਾਂ ਨੇ ਸਮਝਾਵਣਾ ਕੀਤਾ, ਰਾਮਾ ਤੈਨੂੰ ਰਵਿਦਾਸੀਆ ਧਰਮ ਬਣਾਉਣਾ ਪਵੇਗਾ, ਇਸ ਦਾ ਪ੍ਰਚਾਰ ਪ੍ਰਸਾਰ ਕਰਨਾ ਪਵੇਗਾ। ਕੋਈ ਪੰਜਾਬ ਦੀ ਧਰਤੀ ਤੇ ਰਹਿ ਕਰਕੇ ਹੀ ਨਹੀਂ, ਤੈਨੂੰ ਦੇਸ਼ ਤੋਂ ਵਿਦੇਸ਼ਾਂ ਦੇ ਅੰਦਰ ਵੀ ਜਾਣਾ ਪਵੇਗਾ। ਸੰਸਾਰ ਦੇ ਕੋਨੇ ਕੋਨੇ ਦੇ ਵਿੱਚ ਇਹ ਜਗਤ ਗੁਰੂ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦਾ ਰਵਿਦਾਸੀਆ ਧਰਮ, ਇਸ ਦਾ ਪ੍ਰਚਾਰ ਤੈਂ ਕਰਨਾ ਹੈ। ਤੇਰੇ ਹਿੱਸੇ ਆਇਆ ਹੈ। ਤੇਰੀ ਸ਼ਹੀਦੀ ਤੋਂ ਬਾਅਦ ਇਹ ਧਰਮ ਦੁਨੀਆ ਦੇ ਕੋਨੇ ਕੋਨੇ ਦੇ ਵਿੱਚ ਪ੍ਰਗਟ ਹੋਵੇਗਾ। ਇਹ ਚਮਾਰ ਕੌਮ, ਧਿਆਨ ਦੇਣਾ, ਇਹ ਰਾਮਾਂ ਦੇ ਹਿੱਸੇ ਆਏ ਨੇ। ਗਰੀਬ ਨਵਾਜ ਸਮਝਾਵਣਾ ਕਰ ਰਹੇ ਨੇ ਕਿ ਜਿਸ ਵੇਲੇ ਤੇਰੀ ਸ਼ਹੀਦੀ ਹੋਵੇਗੀ, ਤੈਨੂੰ ਗੁਰੂ ਮਾਰੀ ਫੌਜ ਨਿਸ਼ਾਨਾ ਬਣਾ ਲਵੇਗੀ ਤੇ ਦੁਨੀਆ ਦੇ ਅੰਦਰ ਪਤਾ ਲੱਗ ਜਾਵੇਗਾ ਕਿ ਹਿੰਦੁਸਤਾਨ ਦੀ, ਉਸ ਪੰਜਾਬ ਦੀ ਧਰਤੀ ਦੇ ਅੰਦਰ, ਡੇਰਾ ਸੱਚਖੰਡ ਬੱਲਾ ਜਲੰਧਰ ਦੇ ਅੰਦਰ, ਜਿੱਥੋਂ ਦਾ ਇਹ ਵਸਨੀਕ, ਜਿੱਥੋਂ ਦਾ ਇਹ ਪ੍ਰੇਮੀ, ਜਿੱਥੋਂ ਦਾ ਇਹ ਮਹਾਨ ਤਪਸਵੀ ਤੇ ਪਿਆਰਿਓ, ਹੁਣ ਵਿਚਾਰ ਕਰੀਏ ਇਹ ਰਵਿਦਾਸੀਆ ਧਰਮ, ਧਰਮ ਤੇ ਅਨੇਕਾਂ ਨੇ ਕਈ ਵਾਰ ਅਸੀਂ ਕਿੰਤੂ ਕਰਦੇ ਹਾਂ, ਸਵਾਲ ਕਰਦੇ ਹਾਂ ਕਿ ਧਰਮ ਦੁਨੀਆ ਤੇ ਬਹੁਤ ਨੇ, ਜ਼ਰੂਰ ਬਹੁਤ ਨੇ, ਪਰ ਰਵਿਦਾਸੀਆ ਧਰਮ ਦੁਨੀਆ ਤੇ ਕਿਉਂ ਪ੍ਰਗਟ ਹੋਇਆ, ਇਸ ਦੀ ਲੋੜ ਕਿਉਂ ਪਈ? ਵਿਚਾਰ ਕਰੀਏ। ਅਸੀਂ ਐਸੇ ਅਗਿਆਨ ਦੇ ਅੰਦਰ, ਐਸੇ ਭਰਮਾਂ ਦੀ ਦੁਨੀਆ ਦੇ ਅੰਦਰ,
ਐਸੇ ਵਿਸ਼ੇ ਵਿਕਾਰਾਂ ਦੀ ਦੁਨੀਆ ਦੇ ਅੰਦਰ ਐਸੇ ਪਿਆਰਿਓ ਸੰਸਕਾਰਾਂ ਦੀ ਦੁਨੀਆ ਦੇ ਅੰਦਰ ਐਸੇ ਐਸੇ ਕਰਮ ਕਾਂਡ ਧਰਮ ਦੇ ਨਾਂ ਤੇ ਐਸੇ ਐਸੇ ਵਿਧੀ ਵਿਧਾਨ ਇਸ ਧਰਮ ਦੇ ਨਾਂ ਤੇ ਬਣਾ ਲਏ ਕਿ ਜੇ ਕੋਈ ਅੰਗਹੀਣ ਹੈ, ਭਾਵ ਕਿਸੇ ਦਾ ਪੈਰ ਖਰਾਬ ਹੈ, ਹੱਥ ਖਰਾਬ ਹੈ, ਭਾਵ ਲੰਗੜਾ ਹੈ, ਕਿਸੇ ਦੀ ਇੱਕ ਅੱਖ ਦੀ ਰੋਸ਼ਨੀ ਨਹੀਂ, ਕਿਸੇ ਨੂੰ ਪਿਆਰਿਓ ਪੂਰਾ ਸੁਣਦਾ ਨਹੀਂ, ਤੇ ਉਸ ਧਰਮ ਦੇ ਅੰਦਰ ਐਸੀਆਂ ਪਾਬੰਦੀਆਂ ਲਾ ਦਿੱਤੀਆਂ ਕਿ ਇਹ ਬਾਣੀ ਪੜ੍ਹ ਨਹੀਂ ਸਕਦਾ ਕਿਸੇ ਨੂੰ, ਇਹ ਬਾਣੀ ਇਹ ਸਾਡਾ ਧਾਰਮਿਕ ਗ੍ਰੰਥ ਕਿਸੇ ਨੂੰ ਪੜ੍ਹ ਕੇ ਸੁਣਾ ਨਹੀਂ ਸਕਦਾ, ਇਹ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਨਹੀਂ ਆ ਸਕਦਾ, ਨਹੀਂ ਆ ਸਕਦਾ। ਐਸੇ ਐਸੇ ਕਰਮ ਕਾਂਡ ਧਰਮ ਦੇ ਨਾਂ ਤੇ ਬਣਾ ਦਿੱਤੇ ਨੇ ਪਿਆਰਿਓ, ਐਸੇ ਵਿਧੀ ਵਿਧਾਨ ਬਣਾ ਦਿੱਤੇ। ਤੇ ਹੁਣ ਗਰੀਬ ਨਵਾਜ ਸਮਝਾਵਣਾ ਕਰਦੇ ਨੇ ਕਿ ਇਹ ਰਾਮਾ ਉਸ ਅਕਾਲ ਪੁਰਖ ਦਾ ਜਿਹੜਾ ਤੇਰੇ ਹਿੱਸੇ ਕੰਮ ਆਇਆ ਹੈ ਉਹ ਪਹਿਲਾ ਰਵਿਦਾਸੀਆ ਧਰਮ। ਇਹ ਦੁਨੀਆ ਦੇ ਅੰਦਰ ਤੈਨੂੰ ਸਮਝਾਵਣਾ ਪਵੇਗਾ, ਕਿਉਂਕਿ ਪਿਆਰਿਓ ਅਸੀਂ ਸੁੱਤੇ ਆ, ਸੁੱਤੇ ਆ, ਨਹੀਂ ਜਾਗਣਾ ਕਰਦੇ। ਐਸੇ ਈਰਖਾ ਐਸੇ ਮਨ ਦੇ ਅੰਦਰ ਵਿਚਾਰ ਨੇ ਕਿ ਪਿਆਰਿਓ ਜਦੋਂ ਪ੍ਰਗਟ ਕਰਦੇ ਆ ਇੱਕ ਸੱਚਾ ਜਗਿਆਸੂ, ਇੱਕ ਸੱਚਾ ਸ਼ਰਧਾਵਾਨ ਜਿਸ ਦੇ ਮਨ ਦੇ ਅੰਦਰ ਪਰਮੇਸ਼ਰ ਨੂੰ ਮਿਲਣ ਦੀ ਇਹ ਤਾਂਘ ਹੈ, ਇਹ ਲਾਲਸਾ ਹੈ, ਤੇ ਮਹਾਂਪੁਰਖ ਵਚਨ ਕਰਦੇ ਨੇ ਕਲਯੁਗ ਕਦੋਂ ਆਉਂਦਾ ਹੈ, ਕਲਯੁਗ ਕਦੋਂ ਆਉਂਦਾ ਹੈ। ਮਹਾਂਪੁਰਖਾਂ ਦੇ ਬਚਨ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਇੱਕ ਘੜੀ ਪਰਮੇਸ਼ਰ ਦਾ ਵਿਛੋੜਾ, ਇੱਕ ਪਲ ਦੇ ਵਾਸਤੇ ਪਰਮੇਸ਼ਰ ਦਾ ਵਿਛੋੜਾ। ਤੇ ਪਿਆਰਿਓ ਕਲਯੁਗ ਆ ਗਿਆ, ਪਰ ਵਿਚਾਰ ਕਰਦੇ ਹਾਂ ਕਿ ਰਵਿਦਾਸੀਆ ਧਰਮ ਇਸ ਸੰਸਾਰ ਤੇ ਕਿਉਂ ਪ੍ਰਗਟ ਹੋਇਆ, ਇਸ ਦੀ ਲੋੜ ਦੁਨੀਆ ਦੇ ਉੱਤੇ ਕਿਉਂ ਪਈ। ਹੁਣ ਪਿਆਰਿਓ ਮੁਆਬ ਕਰਨਾ ਸਾਡੇ ਗੁਰੂ ਆਏ ਨੇ, ਪੀਰ ਆਏ ਨੇ, ਪੈਗੰਬਰ ਆਏ ਨੇ, ਅਵਤਾਰ ਆਏ ਨੇ, ਜਿਨ੍ਹਾਂ ਮਹਾਂਪੁਰਖਾਂ ਨੂੰ ਅਸੀਂ ਨਮਸਕਾਰ ਕਰਨੀ ਹੈ, ਮੱਥਾ ਟੇਕਦੇ ਹਾਂ, ਸੀਸ ਝੁਕਾਉਂਦੇ ਹਾਂ, ਨੱਕ ਰਗੜਦੇ ਹਾਂ। ਪਿਆਰਿਓ ਐਸਾ ਅਗਿਆਨ, ਐਸਾ ਅਸੀਂ ਪਿਆਰਿਓ ਅੱਖਾਂ ਤੇ ਪੱਟੀਆਂ ਅਗਿਆਨ ਦੀਆਂ ਬੰਨ ਲਈਆਂ, ਭਰਮਾਂ ਦੀਆਂ ਪੱਟੀਆਂ ਬੰਨ ਲਈਆਂ। ਜੇ ਪਿਆਰਿਓ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਆਏ, ਅਸੀਂ ਘਰਾਂ ਦੇ ਅੰਦਰ ਹੀ ਬੱਚਿਆਂ ਦੇ ਨਾਮ ਉਹਨਾਂ ਦੇ ਨਾਮਾਂ ਤੇ ਰੱਖ ਦਿੱਤੇ। ਕ੍ਰਿਸ਼ਨ ਭਗਵਾਨ ਜੀ ਆਏ, ਉਹਨਾਂ ਦਾ ਵੀ ਨਾਮ ਅਸੀਂ ਬੱਚਿਆਂ ਦੇ ਨਾਮਾਂ ਦੇ ਨਾਲ ਜੋੜ ਦਿੱਤਾ। ਘਰ ਦੇ ਅੰਦਰ ਬੱਚੇ ਨੇ ਜਨਮ ਲਿਆ ਤੇ ਬੱਚੇ ਦਾ ਨਾਮ ਕਿਸੇ ਨੇ ਕ੍ਰਿਸ਼ਨ ਰੱਖ ਦਿੱਤਾ, ਕਿਸੇ ਨੇ ਰਾਮ ਰੱਖ ਦਿੱਤਾ। ਤੇ ਪਿਆਰਿਓ ਹੁਣ ਵਿਚਾਰ ਕਰੀਏ, ਅਸੀਂ ਆਪਣੇ ਉਹਨਾਂ ਰਹਿਬਰਾਂ ਦੇ ਨਾਮ ਐਸੇ ਅਗਿਆਨ ਦੇ ਵਿੱਚ, ਐਸੇ ਭਰਮ ਦੇ ਵਿੱਚ ਆਪਣੇ ਬੱਚਿਆਂ ਦੇ ਨਾਮਾਂ ਦੇ ਨਾਲ ਜੋੜ ਦਿੱਤੇ। ਜਿਨ੍ਹਾਂ ਧਰਮਾਂ ਦਾ, ਜਿਨ੍ਹਾਂ ਧਾਰਮਿਕ ਰਹਿਬਰਾਂ ਦਾ, ਗੁਰੂਆਂ ਪੀਰਾਂ ਅਵਤਾਰਾਂ ਦਾ ਅਸੀਂ ਸਤਿਕਾਰ ਕਰਨਾ ਸੀ, ਅਦਬ ਕਰਨਾ ਸੀ, ਨਮਸਕਾਰਾਂ ਕਰਨੀਆਂ ਸਨ। ਪਿਆਰਿਓ ਸਿਜਦੇ ਕਰਨੇ ਸਨ, ਨੱਕ ਰਗੜਨੇ ਸਨ। ਅੱਜ ਅਸੀਂ ਬੱਚਿਆਂ ਦੇ ਨਾਮ ਘਰਾਂ ਦੇ ਵਿੱਚ ਰੱਖ ਕਰਕੇ ਉਹਨਾਂ ਧਰਮਾਂ ਦੇ ਨਾਲ, ਉਹਨਾਂ ਗੁਰੂਆਂ ਪੀਰਾਂ ਦੇ ਨਾਲ ਇਹ ਐਸੀ ਵਿਚਾਰ ਬਣਾ ਲਈ, ਐਸੇ ਸੰਸਕਾਰ ਬਣਾ ਲਏ। ਤੇ ਪਿਆਰਿਓ ਇੱਕੋ ਹੀ ਇੱਕ ਐਸਾ ਨਾਮ ਬਾਕੀ ਰਹਿ ਗਿਆ, ਇੱਕੋ ਹੀ ਇੱਕ ਐਸਾ ਪੈਗੰਬਰ, ਇੱਕੋ ਹੀ ਇੱਕ ਐਸਾ ਗੁਰੂ ਜਿਸ ਨੂੰ ਪਿਆਰਿਓ ਅੱਜ ਅਸੀਂ ਆਖਣਾ ਤੇ ਕਰਦੇ ਹਾਂ
ਸਮਝਣਾ ਨਹੀਂ ਕਰਦੇ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ, ਜਿਨ੍ਹਾਂ ਨੇ ਦੁਨੀਆ ਨੂੰ ਸਮਝਾਵਣਾ ਕੀਤਾ ਕਿ ਉਹ ਪਰਮਾਤਮਾ ਇੱਕ ਹੈ, ਉਸ ਦੀਆਂ ਸ਼ਕਤੀਆਂ, ਉਸ ਦੀਆਂ ਬਖਸ਼ਿਸ਼ਾਂ ਬੇਅੰਤ ਨੇ। ਤੇ ਪਿਆਰਿਓ, ਉਹ ਪਰਮਾਤਮਾ ਕਿਸੇ ਦੇ ਨਾਲ ਵਿਤਕਰਾ ਨਹੀਂ ਕਰਦਾ, ਕੋਈ ਫਰਕ ਨਹੀਂ ਕਰਦਾ। ਪਰ ਅਸੀਂ ਵਿਚਾਰ ਕਰੀਏ ਨਾ, ਅਸੀਂ ਸੋਚਣਾ ਕਰੀਏ, ਕਿਸੇ ਵੀ ਗੁਰੂ ਨੇ, ਕਿਸੇ ਵੀ ਪੀਰ ਪੈਗੰਬਰ ਨੇ, ਅਵਤਾਰ ਨੇ ਸਾਡੇ ਨਾਲ ਕੋਈ ਵਿਤਕਰਾ ਨਹੀਂ ਕੀਤਾ, ਫਰਕ ਨਹੀਂ ਕੀਤਾ। ਜੇ ਫਰਕ ਕੀਤਾ ਹੈ ਪਿਆਰਿਓ, ਸਾਡੇ ਆਪਣੇ ਮਨ ਦੇ ਵਿਚਾਰਾਂ ਨੇ, ਫਰਕ ਕੀਤਾ ਹੈ ਸਾਡੇ ਅਗਿਆਨ ਨੇ, ਫਰਕ ਕੀਤਾ ਹੈ ਸਾਡੇ ਕਰਮ ਕਾਂਡਾਂ ਨੇ। ਪਿਆਰਿਓ, ਇਹ ਜਿਹੜਾ ਫਰਕ ਕੀਤਾ ਹੈ ਸਾਡੇ ਵਿਧੀ ਵਿਧਾਨਾਂ ਨੇ, ਸਾਡੀਆਂ ਮਰਜ਼ਾਦਾ ਨੇ। ਤੇ ਪਿਆਰਿਓ, ਗੁਰੂਆਂ ਪੀਰਾਂ ਨੇ ਤੇ ਪਰਮੇਸ਼ਰ ਸਾਰਿਆਂ ਦੇ ਵਿੱਚ ਵਸਦਾ ਹੋਇਆ ਦਿਖਾ ਦਿੱਤਾ, ਸਮਝਾਵਣਾ ਵੀ ਕੀਤਾ। ਬਲਿਹਾਰੀ ਗੁਰ ਆਪਣੇ, ਜਿਨ ਹਿਰਦੈ ਦਿੱਤਾ ਦਿਖਾਏ। ਬਲਿਹਾਰੀ ਜਾਈਏ ਉਹਨਾਂ ਗੁਰੂਆਂ ਤੋਂ, ਕੁਰਬਾਨ ਜਾਂਦੇ ਹਾਂ ਉਹਨਾਂ ਰਹਿਬਰਾਂ ਤੋਂ, ਉਹਨਾਂ ਪੀਰਾਂ ਪੈਗੰਬਰਾਂ ਤੋਂ, ਜਿਨ੍ਹਾਂ ਨੇ ਹਿਰਦੇ ਦੇ ਵਿੱਚ ਉਸ ਪਰਮਾਤਮਾ ਨੂੰ ਪਿਆਰਿਓ ਪ੍ਰਗਟ ਕਰਕੇ ਸਮਝਾਣਾ ਕਰ ਦਿੱਤਾ। ਤੇ ਮਹਾਂਪੁਰਖ ਵਚਨ ਕਰਦੇ ਨੇ, ਦੁਨੀਆ ਬਾਲਿਓ ਘਟ ਘਟ ਮੈਂ ਹਰ ਜੂ ਵਸੈ। ਆਖਣਾ ਕਿਹਨਾਂ ਨੇ ਕੀਤਾ, ਸਮਝਾਵਣਾ ਕਿਹਨਾਂ ਨੇ ਕੀਤਾ, ਜਿਨ੍ਹਾਂ ਨੂੰ ਪਿਆਰਿਓ ਅਸੀਂ ਐਸਾ ਸਤਿਕਾਰ ਨਹੀਂ ਦਿੰਦੇ, ਐਸਾ ਮਾਣ ਨਹੀਂ ਦਿੰਦੇ, ਐਸਾ ਪਿਆਰਿਓ ਵਿਤਕਰਾ ਕਰਦੇ ਹਾਂ, ਐਸਾ ਅਸੀਂ ਆਪਣੇ ਮਨਾਂ ਦੇ ਅੰਦਰ ਘਿਰਣਾ ਦਾ ਘਰ ਬਣਾ ਲਿਆ। ਐਸਾ ਮਨਾਂ ਦੇ ਅੰਦਰ ਪਿਆਰਿਓ ਅਸੀਂ ਉਹਨਾਂ ਵਿਸ਼ੇ ਵਿਕਾਰਾਂ ਨੂੰ ਮੁੱਖ ਰੱਖ ਕੇ ਉਹਨਾਂ ਵਿਸ਼ੇ ਵਿਕਾਰਾਂ ਦਾ ਘਰ ਬਣਾ ਲਿਆ, ਪਰ ਉਹਨਾਂ ਮਹਾਂਪੁਰਖਾਂ ਦਾ ਸਤਿਕਾਰ ਭੁੱਲ ਗਏ। ਹੁਣ ਮਹਾਂਪੁਰਖ ਤੇ ਪਿਆਰਿਓ ਸਮਝਾਵਣਾ ਕਰਦੇ ਨੇ ਕਿ ਉਹ ਜਿਹੜਾ ਪਰਮੇਸ਼ਰ ਹੈ ਘਟ ਘਟ ਦੇ ਵਿੱਚ ਵਸ ਰਿਹਾ ਹੈ, ਜਰੇ ਜਰੇ ਦੇ ਵਿੱਚ ਵਸ ਰਿਹਾ ਹੈ। ਉਹ ਪਰਮਾਤਮਾ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ। ਉਹ ਜਲ ਦੇ ਅੰਦਰ, ਉਹ ਥਲ ਧਰਤੀ ਦੇ ਉੱਤੇ, ਉਹ ਆਕਾਸ਼ ਦੇ ਅੰਦਰ, ਉਹ ਜੰਗਲਾਂ ਉਜਾੜਾਂ ਬਿਆਵਾਨਾਂ ਦੇ ਵਿੱਚ ਵੀ ਵਸ ਰਿਹਾ ਹੈ। ਉਹ ਤੇ ਘਟ ਘਟ ਦੇ ਵਿੱਚ ਵਸ ਰਿਹਾ ਹੈ। ਆਖਿਆ ਕਿਹਨਾਂ ਨੇ, ਸੰਤਨ ਕਹਿਓ ਪੁਕਾਰ। ਉਹਨਾਂ ਮਹਾਂਪੁਰਖਾਂ ਨੇ, ਉਹਨਾਂ ਸਤਿਗੁਰਾਂ ਨੇ ਸਮਝਾਵਣਾ ਕੀਤਾ, ਜਿਨ੍ਹਾਂ ਦੇ ਨਾਵਾਂ ਨੂੰ ਪਿਆਰਿਓ ਐਸੀਆਂ ਵੰਡੀਆਂ ਪਾ ਲਈਆਂ, ਐਸੇ ਵਿਧੀ ਵਿਧਾਨ ਬਣਾ ਲਏ। ਤੇ ਪਿਆਰਿਓ ਐਸੀਆਂ ਵੰਡੀਆਂ ਪਾ ਕਰਕੇ ਆਪਣੇ ਹੀ ਬੱਚਿਆਂ ਦੇ ਨਾਮ ਤੇ ਕਿਸੇ ਦਾ ਨਾਮ ਨਾਨਕ ਰੱਖ ਦਿੱਤਾ, ਕਿਸੇ ਦਾ ਨਾਮ ਅਸੀਂ ਅਰਜਨ ਰੱਖ ਦਿੱਤਾ। ਭੁੱਲ ਗਏ ਉਹਨਾਂ ਸਤਿਗੁਰਾਂ ਦੇ ਸਤਿਕਾਰ ਨੂੰ, ਭੁੱਲ ਬੈਠੇ ਆ ਉਹਨਾਂ ਦੇ ਅਦਬ ਨੂੰ। ਕਿਸੇ ਨੂੰ ਕ੍ਰਿਸ਼ਨ ਨਾਮ ਦੇ ਦਿੱਤਾ, ਕਿਸੇ ਦੇ ਬੱਚੇ ਨੂੰ ਪਿਆਰਿਓ ਅਸੀਂ ਰਾਮ ਦਾ ਨਾਮ ਤੇ ਦਿੱਤਾ, ਬ੍ਰਹਮਾ ਦਾ ਨਾਮ ਦੇ ਦਿੱਤਾ, ਸ਼ਿਵ ਦਾ ਨਾਮ ਦੇ ਦਿੱਤਾ, ਵਿਸ਼ਨੂੰ ਦਾ ਨਾਮ ਦੇ ਦਿੱਤਾ, ਪਰ ਨਾਮ ਇੱਕੋ ਇੱਕ ਬਾਕੀ ਉਸ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਰਹਿ ਗਿਆ। ਵਿਚਾਰ ਕਰਿਓ, ਅੱਜ ਜੋ ਗਰੀਬ ਨਵਾਜ ਪਿਆਰਿਓ ਸੱਚਖੰਡ ਬੱਲਾਂ ਦੀ ਧਰਤੀ ਦੇ ਉੱਤੇ ਇਸ ਦਰ ਆਏ ਰਾਮੂ ਨੂੰ ਰਾਮਾ ਬਣਾ ਕਰਕੇ ਗਰੀਬ ਨਵਾਜ ਸਮਝਾਵਣਾ ਕਰ ਰਹੇ ਨੇ ਕਿ ਇਹ ਰਾਮਾ, ਇਹ ਤੇਰੇ ਹਿੱਸੇ ਆਇਆ ਹੈ। ਉਸ ਪਰਮੇਸ਼ਰ ਨੇ ਇਹ ਤੈਨੂੰ ਸੁਨੇਹਾ ਦੇ ਕੇ ਭੇਜਿਆ ਹੈ, ਸੰਦੇਸ਼ ਦੇ ਕੇ ਭੇਜਿਆ ਹੈ ਕਿ ਇਹ ਰਵਿਦਾਸ ਧਰਮ। ਹੁਣ ਪਿਆਰਿਓ ਵਿਚਾਰ ਕਰੀਏ, ਅਸੀਂ ਸਾਰੇ ਇਤਿਹਾਸਾਂ ਦਾ, ਸਾਰੇ ਧਰਮਾਂ ਦਾ ਸਤਿਕਾਰ ਕਰੀਏ, ਅਦਬ ਕਰੀਏ, ਉਹਨਾਂ ਗੁਰੂਆਂ ਪੀਰਾਂ ਦਾ, ਉਹਨਾਂ ਸਾਰੇ ਧਾਰਮਿਕ ਗ੍ਰੰਥਾਂ ਦਾ
ਪਰ ਅਸੀਂ ਤੇ ਸੌਂ ਗਏ ਹਨ। ਅਸੀਂ ਤੇ ਜਾਗਣਾ ਨਹੀਂ ਕਰ ਰਹੇ, ਜਾਗਣਾ ਨਹੀਂ ਕਰ ਰਹੇ। ਹੁਣ ਪਿਆਰਿਓ ਸਤਿਗੁਰਾਂ ਨੇ ਸਮਝਾਵਣਾ ਕੀਤਾ ਕਿ ਆ ਤੂੰ ਸੋਇਆ ਜਾਗ ਇਆਨਾ, ਇਹ ਬੰਦੇ ਜਾਗਣਾ ਕਰ। ਇਹਨਾਂ ਕਰਮ ਕਾਂਡਾਂ ਨੂੰ, ਇਹਨਾਂ ਧਰਮ ਦੇ ਵਿਧੀ ਵਿਧਾਨਾਂ ਨੂੰ ਤੂੰ ਧਰਮ ਦਾ ਠੇਕੇਦਾਰ ਨਾ ਬਣ, ਛੱਡ ਦੇ ਐਸੇ ਸੰਸਕਾਰਾਂ ਨੂੰ। ਪਰ ਪਿਆਰਿਓ ਅਸੀਂ ਛੱਡਣਾ ਨਹੀਂ ਚਾਹੁੰਦੇ। ਇੱਕ ਸੱਚਾ ਜਗਿਆਸੂ, ਇੱਕ ਸੱਚਾ ਸ਼ਰਧਾਵਾਨ ਪਰਮਾਤਮਾ ਨੇ ਪਿਆਰਿਓ ਸਾਰਿਆਂ ਨੂੰ ਇੱਕ ਸਮਾਨ ਇਸ ਦੁਨੀਆ ਤੇ ਭੇਜਣਾ ਕੀਤਾ ਹੈ। ਸੂਰਜ ਚੜ੍ਹਦਾ ਹੈ, ਸਾਰਿਆਂ ਨੂੰ ਸਾਂਝਾ ਪ੍ਰਕਾਸ਼, ਸਾਂਝਾ ਉਜਾਲਾ ਦਿੰਦਾ ਹੈ। ਜੇ ਕਿਤੇ ਪਰਮੇਸ਼ਰ ਕਿਰਪਾ ਕਰਦਾ ਹੈ, ਵਰਖਾ ਕਰਦਾ ਹੈ, ਤੇ ਮੀਂਹ ਵੀ ਪਿਆਰਿਓ ਬੱਦਲਾਂ ਦੀ ਵਰਖਾ ਵੀ ਇੱਕ ਸਮਾਨ ਹੁੰਦੀ ਹੈ। ਪਰ ਅਸੀਂ ਸਮਝਣਾ ਨਹੀਂ ਕਰਦੇ। ਮਹਾਂਪੁਰਖ ਤੇ ਸਾਂਝਾ ਸੱਚਾ ਸੁੱਚਾ ਉਪਦੇਸ਼ ਦਿੰਦੇ ਨੇ। ਅੱਜ ਗਰੀਬ ਨਵਾਜ ਨੇ ਸਮਝਾਵਣਾ ਕੀਤਾ, ਰਾਮਾ ਤੈਨੂੰ ਇਹ ਰਵਿਦਾਸੀਆ ਧਰਮ ਜੋ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਇੱਕੋ ਹੀ ਨਾਮ ਬਾਕੀ ਹੈ, ਇਹ ਆਖਰੀ ਧਰਮ ਕਲਯੁਗ ਦੇ ਅੰਦਰ ਤੈਨੂੰ ਪ੍ਰਗਟ ਕਰਨ ਦਾ ਸੰਦੇਸ਼ ਮਿਲਿਆ ਹੈ, ਤੇ ਤੈਨੂੰ ਇਸ ਧਰਮ ਦੇ ਲਈ ਆਪਣਾ ਆਪ ਕੁਰਬਾਨ ਕਰਨਾ ਪਵੇਗਾ। ਮਹਾਂਪੁਰਖ ਤੇ ਵਚਨ ਕਰਦੇ ਨੇ, ਯੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਹੁਣ ਪਿਆਰਿਓ ਇਹ ਕੌਮ ਦਾ ਧਰੂੰ ਤਾਰਾ, ਨਿਰਭਉ ਨਿਰਵੈਰ ਆਤਮਾ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਮਹਾਂਪੁਰਖਾਂ ਨੂੰ ਤੇ ਬੇਨਤੀ ਕਰ ਰਿਹਾ ਹੈ ਕਿ ਮੈਂ ਤੇ ਪਹਿਲਾਂ ਹੀ ਆਪ ਦੇ ਚਰਨਾਂ ਦੇ ਵਿੱਚ ਨਿਸ਼ਾਵਰ ਹੋ ਚੁੱਕਾ ਹਾਂ, ਮੈਂ ਤੇ ਆਪਣਾ ਮਨ ਵੇਚ ਚੁੱਕਾ ਹਾਂ। ਪਿਆਰਿਓ ਆਓ, ਇਹ ਸਤਿਗੁਰਾਂ ਦੇ ਉਪਦੇਸ਼ ਦੇ ਨਾਲ ਇਹ ਰਾਮੂ ਰਾਮਾਨੰਦ ਨਹੀਂ, ਅਮਰ ਸ਼ਹੀਦ ਰਾਮਾਨੰਦ ਬਣ ਕੇ ਅੱਜ ਸਾਰਿਆਂ ਨੂੰ ਉਸ ਨਗਰੀ ਦੇ ਵਿੱਚ ਪਹੁੰਚਣ ਦਾ ਸੁਨੇਹਾ ਦੇ ਰਿਹਾ ਹੈ। ਉਸ ਇਤਿਹਾਸ ਦੀਆਂ ਵਿਚਾਰਾਂ ਦੀ ਸਾਂਝ ਪਾ ਰਿਹਾ ਹੈ। ਆਓ ਪ੍ਰੇਮ ਦੇ ਨਾਲ, ਸ਼ਰਧਾ ਦੇ ਨਾਲ ਪਿਆਰਿਓ ਉਹਨਾਂ ਦੇ ਸਾਖਸ਼ਾਤ ਦਰਸ਼ਨ ਕਰੀਏ। ਸਾਖਸ਼ਾਤ ਉਹਨਾਂ ਦੀ ਰਸਨਾ ਤੋਂ ਇਹ ਪਾਵਨ ਇਤਿਹਾਸ ਜੋ ਪਿਆਰਿਓ ਉਹਨਾਂ ਦੇ ਹਿੱਸੇ ਆਇਆ, ਪ੍ਰੇਮ ਦੇ ਨਾਲ ਪਿਆਰਿਓ ਕਾਂਸ਼ੀ ਬਨਾਰਸ ਉਸ ਗਵਰਧਨਪੁਰੇ ਦੀ ਧਰਤੀ ਤੇ ਪਹੁੰਚ ਕਰਕੇ ਸੁਣਨਾ ਕਰੀਏ ਜੀ। ਜੈ ਗੁਰਦੇਵ, ਧੰਨ ਗੁਰਦੇਵ।
ਛੱਡ ਗਏ ਜੀ। ਅਗਲੀਆਂ ਪੰਕਤੀਆਂ ਵਿੱਚ ਲਿਖਿਆ ਕਤਰਾ ਕਤਰਾ ਮਿਲ ਕੇ ਜਿੱਦਾਂ ਇੱਕ ਸਮੁੰਦਰ ਬਣ ਜਾਂਦਾ, ਇੱਕ ਇੱਕ ਕਤਰਾ ਇਕੱਠਾ ਹੁੰਦਾ ਸਮੁੰਦਰ ਬਣ ਜਾਂਦਾ।